हेलो एवरीवन वेलकम और वेलकम बैक टू माई चैनल। सो BA ਸਮੈਸਟਰ 3 ਪੋਲੀਟੀਕਲ ਸਾਇੰਸ ਦੀ ਵੀਡੀਓ ਸੀਰੀਜ਼ ਦੇ ਵਿੱਚ ਆਪਾਂ ਅੱਜ ਦਾ ਟੌਪਿਕ ਕਵਰ ਕਰਾਂਗੇ ਭਾਰਤੀ ਸੰਘਵਾਦ ਦੀ ਪ੍ਰਕਿਰਤੀ, ਨੇਚਰ ਆਫ ਇੰਡੀਅਨ ਫੈਡਰਲਿਜ਼ਮ। ਸੋ ਇਹ ਕਨਸੈਪਟ ਰਹਿ ਗਿਆ ਸੀ, ਮੈਨੂੰ ਇੱਦਾਂ ਸੀ ਕਿ ਹੋ ਚੁੱਕਿਆ। ਸੋ ਬਹੁਤ ਸਾਰੇ ਬੱਚੇ ਕਮੈਂਟ ਕਰ ਰਹੇ ਸੀ, ਬਹੁਤ ਹੀ ਇੰਪੋਰਟੈਂਟ ਟੌਪਿਕ ਆ, ਇਸ ਨੂੰ ਆਪਾਂ ਛੱਡਣਾ ਬਿਲਕੁਲ ਵੀ ਨਹੀਂ ਹੈਗਾ। ਬਿਕੋਜ਼ ਆਪਾਂ ਤੋਂ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਸੰਘਵਾਦ ਜਿਹੜਾ ਹੈਗਾ ਕਿ ਭਾਰਤ ਜਿਹੜਾ ਹੈ ਇੱਕ ਸੰਘਵਾਦ ਦੇਸ਼ ਹੈ, ਪਰ ਫਿਰ ਵੀ ਇਕਾਤਮਕਤਾ ਇਹਦੇ ਵਿੱਚ ਕਿਉਂ ਪਾਈ ਜਾਂਦੀ ਹੈ। ਸੋ ਇਹ ਕੁਐਸਚਨ ਆ ਸਕਦਾ। ਤੇ ਨਾਲ ਹੀ ਇਸ ਤੋਂ ਬਾਅਦ ਦਾ ਟੌਪਿਕ ਹੋਏਗਾ ਜੁਡੀਸ਼ੀਅਲ ਰਿਵਿਊ ਦਾ। ਬਹੁਤ ਸਾਰੇ ਬੱਚਿਆਂ ਦਾ ਡਿਮਾਂਡਿੰਗ ਟੌਪਿਕਸ ਮੈਂ ਹੁਣ ਪਾ ਰਹੀ ਹਾਂ, ਠੀਕ ਹੈ। ਸੋ ਬਾਕੀ ਸਾਰੇ ਕਨਸੈਪਟਸ ਆਪਣੇ ਆਲਰੇਡੀ ਕੰਪਲੀਟ ਹੋ ਚੁੱਕੇ ਨੇ। ਸ਼ਾਰਟ ਕੁਐਸਚਨਸ ਦੇ ਰਿਗਾਰਡਿੰਗ ਵੀਡੀਓ ਸੀਰੀਜ਼ ਵੀ ਚੱਲ ਰਹੀ ਹੈ। ਤੇ ਨਾਲ ਹੀ ਦੋਸਤੋ ਇੰਸਟਾਗ੍ਰਾਮ 'ਤੇ ਵੀ ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ, ਅਤੇ ਨਾਲ ਹੀ ਟੈਲੀਗ੍ਰਾਮ ਤਾਂ ਜ਼ਰੂਰ ਹੀ ਜੁਆਇਨ ਕਰ ਲਿਓ, ਬਿਕੋਜ਼ ਉੱਥੇ ਬਹੁਤ ਸਾਰੇ ਨੋਟਸ, PDFs, ਲਿੰਕਸ, ਅਪਡੇਟਸ ਮੈਂ ਪਾਉਂਦੀ ਰਹਿੰਦੀ ਹਾਂ। ਸਮੈਸਟਰ 4 ਦਾ ਕਾਫੀ ਸਾਰਾ ਕੰਟੈਂਟ, ਮੋਸਟਲੀ ਇੰਗਲਿਸ਼ ਦਾ, ਪੰਜਾਬੀ ਦਾ, ਸੋਸ਼ੋਲੋਜੀ ਦਾ, ਹਿਸਟਰੀ ਦਾ, ਕਾਫੀ ਸਾਰਾ ਕੰਟੈਂਟ ਮੇਰੇ ਚੈਨਲ 'ਤੇ ਅਵੇਲੇਬਲ ਆ। ਸੋ ਚੈੱਕਆਊਟ ਜ਼ਰੂਰ ਕਰਿਓ। ਜਿਹੜੇ ਵੀ ਸਬਜੈਕਟ ਲਾਸਟ ਈਅਰ ਮੇਰੇ ਤੋਂ ਹੋ ਨਹੀਂ ਪਾਏ ਸੀ 4th ਸਮੈਸਟਰ ਦੇ, ਇਸ ਵਾਰ ਮੈਂ ਜਲਦੀ ਹੀ ਸਟਾਰਟ ਕਰਾਂਗੀ। ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਕਿਹੜੇ ਵਾਲੇ ਸਬਜੈਕਟ ਨੂੰ ਆਪਾਂ ਪ੍ਰੈਫਰੈਂਸ ਫਟਾਫਟ ਦਈਏ, ਠੀਕ ਹੈ। ਸੋ ਸਟਾਰਟ ਕਰਦੇ ਹਾਂ ਅੱਜ ਦਾ ਵੀਡੀਓ। ਭਾਰਤੀ ਸੰਘਵਾਦ ਦੀ ਪ੍ਰਕਿਰਤੀ, ਨੇਚਰ ਆਫ ਇੰਡੀਅਨ ਫੈਡਰਲਿਜ਼ਮ। ਹੁਣ ਸੰਘਵਾਦ ਦਾ ਕੀ ਅਰਥ ਹੈ ਅਤੇ ਇਸ ਦੇ ਸਰੂਪ ਦੀ ਚਰਚਾ ਕਰੋ। ਫਸਟ ਆਫ ਆਲ ਤਾਂ ਆਪਾਂ ਸ਼ਾਰਟ ਕੁਐਸਚਨਸ ਦੇ ਵਿੱਚ ਵੀ ਪੜ੍ਹਿਆ। ਸੰਘਵਾਦ ਦਾ ਅਰਥ ਹੈ ਜਿੱਥੇ ਕੇਂਦਰ ਅਤੇ ਪ੍ਰਾਂਤਾਂ ਦੇ ਵਿੱਚ ਸ਼ਕਤੀਆਂ ਵੰਡੀਆਂ ਜਾਣ, ਠੀਕ ਹੈ। ਜਦੋਂ ਕੇਂਦਰ ਅਤੇ ਪ੍ਰਾਂਤਾਂ ਦੇ ਵਿੱਚ ਸ਼ਕਤੀਆਂ ਦੀ ਬਰਾਬਰ ਡਿਵੀਜ਼ਨ ਹੋਵੇ ਤਾਂ ਉਸ ਨੂੰ ਅਸੀਂ ਜਿਹੜਾ ਹੈਗਾ ਸੰਘਾਤਮਕ ਸ਼ਾਸਨ ਕਹਿੰਦੇ ਹਾਂ, ਕਿਉਂਕਿ ਸੰਵਿਧਾਨ ਦੇ ਵਿੱਚ ਇਹ ਸ਼ਕਤੀਆਂ ਜਿਹੜੀਆਂ ਨੇ ਵੰਡੀਆਂ ਹੋਈਆਂ ਹੁੰਦੀਆਂ ਨੇ। ਦੋਵੇਂ ਆਪਣੇ ਕੰਮ ਦੇ ਪ੍ਰਤੀ ਸੁਤੰਤਰ ਹੁੰਦੇ ਨੇ, ਇੰਡੀਪੈਂਡੈਂਟ ਹੁੰਦੇ ਨੇ, ਠੀਕ ਹੈ, ਕੇਂਦਰ ਅਤੇ ਪ੍ਰਾਂਤ ਦੋਨੋਂ। ਇਸ ਦਾ ਅਰਥ ਹੈ ਕਿ ਕੇਂਦਰੀ ਸਰਕਾਰ ਪ੍ਰਾਂਤਾਂ ਨੂੰ ਦਿੱਤੀਆਂ ਗਈਆਂ ਸ਼ਕਤੀਆਂ ਵਿੱਚ ਦਖਲ ਅੰਦਾਜ਼ੀ ਨਹੀਂ ਕਰ ਸਕਦੀ, ਨਾ ਹੀ ਪ੍ਰਾਂਤ ਜਿਹੜੇ ਨੇ, ਫੋਰ ਐਗਜ਼ਾਮਪਲ ਪੰਜਾਬ ਹੋ ਗਿਆ, ਹਰਿਆਣਾ ਹੋ ਗਿਆ, ਕੋਈ ਵੀ ਪ੍ਰਾਂਤ ਹੋ ਗਿਆ, ਤਾਂ ਇਹ ਵੀ ਜਿਹੜੇ ਨੇ ਕੇਂਦਰੀ ਸਰਕਾਰ ਨੂੰ ਦਿੱਤੇ ਗਏ ਕੰਮਾਂ 'ਚ ਦਖਲ ਅੰਦਾਜ਼ੀ ਕਰ ਸਕਦੇ ਨੇ। ਸੋ ਇਹ ਵੀ ਨਹੀਂ ਕਰ ਸਕਦੇ ਤੇ ਉਹ ਵੀ ਨਹੀਂ ਕਰ ਸਕਦਾ, ਕੇਂਦਰ ਵੀ ਨਹੀਂ ਕਰ ਸਕਦਾ ਅਤੇ ਪ੍ਰਾਂਤ ਵੀ ਨਹੀਂ ਕਰ ਸਕਦੇ। ਤਾਂ ਸੰਘਾਤਮਕ ਦਾ ਅਰਥ ਇਹ ਆ, ਠੀਕ ਹੈ। ਸੰਘਾਤਮਕ ਸ਼ਾਸਨ ਵਿੱਚ ਦੋਹਰੀ ਸਰਕਾਰ ਹੁੰਦੀ ਹੈ। ਪ੍ਰਭੂ ਸੱਤਾ ਨਾ ਤਾਂ ਕੇਂਦਰ ਕੋਲੇ ਹੁੰਦੀ ਹੈ, ਨਾ ਹੀ ਪ੍ਰਾਂਤਾਂ ਦੀ ਸਰਕਾਰ ਕੋਲੇ ਹੁੰਦੀ ਹੈ। ਨਾ ਹੀ ਪ੍ਰਭੂ ਸੱਤਾ ਕੇਂਦਰ ਕੋਲੇ ਹੁੰਦੀ ਹੈ ਅਤੇ ਨਾ ਹੀ ਪ੍ਰਾਂਤਾਂ ਦੇ ਵਿੱਚ ਵੰਡੀ ਹੋਈ ਹੈ, ਠੀਕ ਹੈ। ਪ੍ਰਭੂ ਸੱਤਾ ਅਸਲ ਵਿੱਚ ਕਿਸਦੇ ਕੋਲ ਹੁੰਦੀ ਹੈ? ਰਾਜ ਕੋਲੇ। ਤਾਂ ਆਪਣਾ ਭਾਰਤ ਇੱਕ ਸੰਘਾਤਮਕ ਰਾਜ ਹੈ, ਬਿਕੋਜ਼ ਕੇਂਦਰ ਅਤੇ ਰਾਜਾਂ ਦੇ ਵਿੱਚ ਸ਼ਕਤੀਆਂ ਵੰਡੀਆਂ ਹੋਈਆਂ, ਪਰ ਜਿਹੜਾ ਹੈ ਕੇਂਦਰ ਉਹ ਇੰਟਰਫੀਅਰੈਂਸ ਨਹੀਂ ਕਰਦਾ ਰਾਜ ਦੇ ਵਿੱਚ, ਰਾਜ ਨਹੀਂ ਕਰਦਾ ਇੰਟਰਫੀਅਰੈਂਸ ਕੇਂਦਰ ਦੇ ਵਿੱਚ, ਠੀਕ ਹੈ। ਸੋ ਨਾ ਤਾਂ ਪ੍ਰਭੂ ਸੱਤਾ ਕਿਸ ਕੋਲੇ ਹੈਗੀ ਹੈ? ਕੇਂਦਰੀ ਸਰਕਾਰ ਕੋਲੇ, ਨਾ ਹੀ ਪ੍ਰਾਂਤਾਂ ਦੀ, ਰਾਜਾਂ ਦੀ ਸਰਕਾਰ ਕੋਲੇ, ਠੀਕ ਹੈ। ਸੋ ਸੰਘਾਤਮਕ ਜਾਂ ਫਿਰ ਸੰਘਵਾਦ ਨੂੰ ਅੰਗਰੇਜ਼ੀ ਭਾਸ਼ਾ ਦੇ ਵਿੱਚ ਫੈਡਰਲਿਜ਼ਮ ਕਹਿੰਦੇ ਨੇ। ਫੈਡਰਲਿਜ਼ਮ ਸ਼ਬਦ ਲਾਤੀਨੀ ਭਾਸ਼ਾ ਦੇ ਸ਼ਬਦ ਫੋਇਟਸ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਕੋਈ ਵੀ ਸਮਝੌਤਾ ਕਰਨਾ, ਕੋਈ ਵੀ ਸੰਧੀ ਕਰਨਾ। ਸੰਘਾਤਮਕ ਸਰਕਾਰ ਇਸ ਤਰ੍ਹਾਂ ਦਾ ਸਮਝੌਤਾ ਹੁੰਦੀ ਹੈ, ਇਸ ਤਰ੍ਹਾਂ ਦਾ ਸੰਧੀ ਹੁੰਦੀ ਹੈ ਜਿਸ ਦੇ ਵਿੱਚ ਸਮਝੌਤੇ ਲਈ ਇੱਕ ਜਾਂ ਅਧਿਕ ਪੱਖਾਂ ਦਾ ਹੋਣਾ ਜਿਹੜਾ ਹੈ ਜ਼ਰੂਰੀ ਹੁੰਦਾ। ਜਿਵੇਂ ਕਿ ਸੰਘਾਤਮਕ ਰਾਜ ਦੀ ਸਥਾਪਨਾ ਕਰਨ ਲਈ ਦੋ ਜਾਂ ਦੋ ਤੋਂ ਵੱਧ ਰਾਜ, ਮਤਲਬ ਜ਼ਿਆਦਾ ਰਾਜ ਜਿਹੜੇ ਨੇ ਸਮਝੌਤੇ ਦੀ ਲੋੜ ਮਹਿਸੂਸ ਕਰਦੇ ਨੇ। ਹੁਣ ਉਦਾਹਰਨ ਦੇ ਤੌਰ 'ਤੇ ਦੇਖੀਏ ਤਾਂ ਸ਼ੁਰੂ ਵਿੱਚ ਅਮਰੀਕਾ ਦੇ 13 ਰਾਜਾਂ ਦੇ ਵਿੱਚ ਸੰਯੁਕਤ ਰਾਜ ਦੀ ਸਥਾਪਨਾ ਕੀਤੀ ਗਈ। ਅੱਜ ਅਮਰੀਕਾ ਦੇ ਟੋਟਲ ਜਿਹੜੇ ਨੇ 50 ਰਾਜ ਨੇ। ਭਾਰਤ, ਆਸਟ੍ਰੇਲੀਆ, ਸਵਿਟਜ਼ਰਲੈਂਡ, ਦੱਖਣੀ ਅਫਰੀਕਾ ਅਤੇ ਕੈਨੇਡਾ ਵਿੱਚ ਸੰਘਾਤਮਕ ਸਰਕਾਰਾਂ ਪਾਈਆਂ ਜਾਂਦੀਆਂ। ਮਤਲਬ ਕੇਂਦਰ ਅਤੇ ਰਾਜਾਂ ਦੇ ਵਿੱਚ, ਪ੍ਰਾਂਤਾਂ ਦੇ ਵਿੱਚ ਸ਼ਕਤੀਆਂ ਦੀ ਕੀ ਹੁੰਦੀ ਹੈ? ਡਿਵੀਜ਼ਨ ਹੁੰਦੀ ਆ। ਸੰਘਾਤਮਕ ਸਰਕਾਰ ਦੀਆਂ ਜਿਹੜੀਆਂ ਪਰਿਭਾਸ਼ਾਵਾਂ ਨੇ, ਕੋਈ ਵੀ ਤੁਸੀਂ 2 ਈਜ਼ੀ ਵਾਲੀਆਂ ਕਰ ਸਕਦੇ ਹੋ, ਜਿਹੜੀਆਂ ਵੀ ਤੁਹਾਨੂੰ ਪਸੰਦ ਹੈ। 2 ਕਰੋ, 3 ਕਰੋ, ਅਗਰ 4 ਯਾਦ ਹੁੰਦੀਆਂ ਤਾਂ 4 ਕਰੋ। ਤਾਂ ਕਹਿਣ ਦਾ ਮਤਲਬ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੀ ਹੈ, ਠੀਕ ਹੈ। ਸੋ ਮੌਂਟੇਸਕੂ ਕਹਿ ਰਹੇ ਨੇ ਕਿ ਜਿਹੜੀ ਵੀ ਸੰਘਾਤਮਕ ਸਰਕਾਰ ਹੈ ਇੱਕ ਅਜਿਹਾ ਸਮਝੌਤਾ ਹੈ ਜਿਸਦੇ ਦੁਆਰਾ ਜਿਹੜੇ ਹੈ ਬਹੁਤ ਸਾਰੇ ਇੱਕੋ ਜਿਹੇ ਰਾਜ ਇੱਕ ਵੱਡੇ ਰਾਜ ਦੇ ਮੈਂਬਰ ਬਣਨ ਨੂੰ ਸਹਿਮਤ ਹੋ ਜਾਂਦੇ ਆ। ਮਤਲਬ ਬਹੁਤ ਸਾਰੇ ਜਿਹੜੇ ਰਾਜ ਨੇ ਤਕਰੀਬਨ ਇੱਕੋ ਜਿਹੇ ਇੱਕ ਵੱਡੇ ਰਾਜ ਦੇ ਵਿੱਚ ਮੈਂਬਰ ਬਣਨ ਨੂੰ ਸਹਿਮਤ ਹੋ ਜਾਂਦੇ ਆ, ਠੀਕ ਹੈ। ਤੁਸੀਂ ਇੰਗਲਿਸ਼ 'ਚ ਵੀ ਯਾਦ ਕਰ ਸਕਦੇ ਹੋ, ਜ਼ਰੂਰੀ ਨਹੀਂ ਕਿ ਤੁਹਾਡਾ ਪੰਜਾਬੀ ਮੀਡੀਅਮ ਹੈ ਅਤੇ ਤੁਸੀਂ ਪੰਜਾਬੀ ਵਿੱਚ ਹੀ ਪਰਿਭਾਸ਼ਾਵਾਂ ਯਾਦ ਕਰੋਗੇ, ਇੰਗਲਿਸ਼ ਵਿੱਚ ਕਰੋਗੇ ਤਾਂ ਵੀ ਦਾ ਬੈਸਟ ਹੈ। ਹੈਮਿਲਟਨ ਕਹਿ ਰਹੇ ਹੈ ਸੰਘਾਤਮਕ ਸ਼ਾਸਨ ਰਾਜਾਂ ਦਾ ਇੱਕ ਸਮੂਹ ਹੈ ਜੋ ਇੱਕ ਨਵੇਂ ਰਾਜ ਦਾ ਨਿਰਮਾਣ ਕਰਦਾ ਹੈ, ਠੀਕ ਹੈ। ਕੋਈ ਵੀ 2 ਡੈਫੀਨੇਸ਼ਨਸ ਕਰਨੀਆਂ ਤਾਂ ਆਪਾਂ ਜਿਹੜੀਆਂ ਨੇ 2 ਈਜ਼ੀ ਵਾਲੀਆਂ ਕਰਤੀਆਂ। ਬਾਕੀ ਤੁਸੀਂ ਅਗਰ ਤੀਸਰੀ ਵੀ ਕਰਨਾ ਚਾਹੁੰਦੇ ਹੋ ਸਕਰੀਨਸ਼ਾਟ ਲੈ ਸਕਦੇ ਹੋ। ਸੰਘਾਤਮਕ ਸਰਕਾਰ ਦੇ ਜ਼ਰੂਰੀ ਤੱਤ ਜਾਂ ਫਿਰ ਯੂ ਕੈਨ ਸੇ ਨੇਚਰ ਆਫ ਆ ਫੈਡਰਲ ਗਵਰਨਮੈਂਟ। ਤਾਂ ਲਿਖਤੀ ਸੰਵਿਧਾਨ ਹੁੰਦਾ,
ਸੰਘਾਤਮਕ ਸਰਕਾਰ ਦੇ ਵਿੱਚ ਜਾਂ ਸੰਘ ਸਰਕਾਰ ਵਿੱਚ ਇੱਕ ਰਿਟਨ ਸੰਵਿਧਾਨ ਹੋਏਗਾ, ਜਿਵੇਂ ਕਿ ਆਪਣੇ ਭਾਰਤ ਦਾ ਹੈ। ਠੀਕ ਹੈ, ਕੇਂਦਰ ਅਤੇ ਪ੍ਰਾਂਤਾਂ ਦੇ ਵਿਚਕਾਰ ਸੰਵਿਧਾਨ ਦੇ ਵਿੱਚ ਇਹ ਲਿਖਿਆ ਹੁੰਦਾ ਕਿ ਕੇਂਦਰ ਅਤੇ ਪ੍ਰਾਂਤਾਂ ਦੇ ਵਿਚਕਾਰ ਸ਼ਕਤੀਆਂ ਦੀ ਵੰਡ ਨਿਸ਼ਚਿਤ ਹੋਏਗੀ, ਸਪਸ਼ਟ ਹੋਏਗੀ। ਤਾਂ ਕਿਉਂਕਿ ਜਿਹੜਾ ਹੈ ਭਾਰਤ ਵੀ ਆਪਣਾ ਸੰਘਾਤਮਕ ਸਰਕਾਰ ਹੈ, ਇਸ ਦੀ ਵੀ ਸੰਘ ਸਰਕਾਰ ਹੈਗੀ ਹੈ, ਤਾਂ ਇਸ ਦਾ ਇੱਕ ਰਿਟਨ ਸੰਵਿਧਾਨ ਹੈ ਜਿਸ 'ਚ ਲਿਖਿਆ ਗਿਆ ਹੈਗਾ ਕਿ ਕੇਂਦਰ ਅਤੇ ਪ੍ਰਾਂਤਾਂ 'ਚ ਸ਼ਕਤੀਆਂ ਦੀ ਵੰਡ ਹੋਏਗੀ। ਸੰਵਿਧਾਨ ਸਰਵਉੱਚ ਹੁੰਦਾ ਹੈ। ਕੋਈ ਵੀ ਸੰਘਾਤਮਕ ਰਾਜ ਹੈ ਤਾਂ ਉਸਦੇ ਅੰਦਰ ਸਰਵਉੱਚਤਾ ਕਿਸ ਦੀ ਹੁੰਦੀ ਹੈ? ਸੰਵਿਧਾਨ ਦੀ। ਤਾਂ ਸਾਰਿਆਂ ਤੋਂ ਉੱਤੇ ਜਿਹੜਾ ਹੁੰਦਾ ਹੈ ਸੁਪਰੀਮ ਚੀਜ਼ ਕਿਹੜੀ ਹੁੰਦੀ ਹੈਗੀ ਹੈ? ਉਹ ਕੌਨਸਟੀਟਿਊਸ਼ਨ ਹੁੰਦਾ ਹੈ। ਸੰਵਿਧਾਨ ਦੀ ਸਰਵਉੱਚਤਾ ਦਾ ਅਰਥ ਹੈ ਕਿ ਸਮਝੌਤੇ ਦੀਆਂ ਸ਼ਰਤਾਂ ਦੇ ਵਿੱਚ, ਮਤਲਬ ਕੇਂਦਰ ਤੇ ਰਾਜਾਂ ਦਾ ਸਮਝੌਤਾ ਹੁੰਦਾ ਨਾ, ਤਾਂ ਇਹਦੇ ਵਿੱਚ ਜਿਹੜਾ ਹੈ ਸੰਘ ਰਾਜ ਦੀ ਸਥਾਪਨਾ ਕੀਤੀ ਗਈ ਹੈ ਅਤੇ ਕੇਂਦਰ ਅਤੇ ਪ੍ਰਾਂਤਾਂ ਦੀਆਂ ਸਰਕਾਰਾਂ ਤੇ ਇਹ ਸਮਝੌਤਾ ਲਾਗੂ ਹੁੰਦਾ ਹੈ। ਕਠੋਰ ਸੰਵਿਧਾਨ ਹੁੰਦਾ ਹੈ। ਠੀਕ ਹੈ, ਇਹ ਤਾਂ ਹੀ ਜਿਹੜੀ ਹੈ ਸੰਘਾਤਮਕ ਸਰਕਾਰ ਜਾਂ ਫਿਰ ਸੰਘ ਰਾਜ ਕੋਈ ਕਾਇਮ ਰਹੇਗਾ ਜਦੋਂ ਤੱਕ ਸੰਵਿਧਾਨ ਕਠੋਰ ਹੋਏਗਾ। ਸ਼ਕਤੀਆਂ ਦੀ ਵੰਡ ਕੀਤੀ ਜਾਂਦੀ ਹੈ। ਕੇਂਦਰ ਅਤੇ ਰਾਜਾਂ ਦੇ ਵਿੱਚ ਜਿਹੜੀ ਹੈ ਪ੍ਰਾਂਤਾਂ ਦੇ ਵਿੱਚ ਸਰਕਾਰਾਂ ਵੰਡੀਆਂ ਹੋਈਆਂ ਹੁੰਦੀਆਂ, ਸ਼ਕਤੀਆਂ ਜਿਹੜੀਆਂ ਵੱਡੀਆਂ ਹੋਈਆਂ ਹੁੰਦੀਆਂ। ਨਿਆਂਪਾਲਿਕਾ ਦੀ ਸਰਵਉੱਚਤਾ, ਇਸ ਦੇ ਵਿੱਚ ਸੰਘਾਤਮਕ ਸਰਕਾਰ 'ਚ ਕੀ ਹੁੰਦਾ ਹੈ ਕਿ ਸੁਤੰਤਰ, ਨਿਰਪੱਖ, ਸਰਵਉੱਚ ਨਿਆਂਪਾਲਿਕਾ ਦਾ ਜਿਹੜਾ ਹੁੰਦਾ ਪ੍ਰਾਵਧਾਨ ਹੋਣਾ ਜ਼ਰੂਰੀ ਹੁੰਦਾ ਹੈ। ਤਾਂ ਨਿਆਂਪਾਲਿਕਾ ਦੀ ਸਰਵਉੱਚਤਾ ਹੁੰਦੀ ਹੈ ਕਿ ਨਿਆਂ ਜਿਹੜਾ ਹੁੰਦਾ ਬਹੁਤ ਵਧੀਆ ਤਰੀਕੇ ਦਾ ਹੁੰਦਾ। ਦੋ ਸਦਨੀ ਵਿਧਾਨ ਮੰਡਲ ਹੁੰਦੀ ਹੈ। ਤਾਂ ਬਾਈ ਕੈਮਰਲ ਲੈਜਿਸਲੇਚਰ ਹੁੰਦਾ ਹੈ। ਸੰਘਾਤਮਕ ਸ਼ਾਸਨ ਪ੍ਰਣਾਲੀ ਵਿੱਚ ਦੋ ਸਦਨੀ ਵਿਧਾਨ ਮੰਡਲ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ। ਦੋਹਰੀ ਨਾਗਰਿਕਤਾ, ਹੁਣ ਸੰਘਾਤਮਕ ਸ਼ਾਸਨ ਦੀ ਇੱਕ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਨਾਗਰਿਕਾਂ ਨੂੰ ਦੋਹਰੀ ਨਾਗਰਿਕਤਾ ਪ੍ਰਾਪਤ ਹੁੰਦੀ ਹੈ। ਤਾਂ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਜਿਹੜੇ ਆਪਣੇ ਭਾਰਤ ਦੇ ਨਾਗਰਿਕ ਨੇ ਇਹਨਾਂ ਨੂੰ ਕਿਹੜੀ ਜਿਹੜੀ ਹੈ ਇਕਹਿਰੀ ਜਾਂ ਦੋਹਰੀ ਨਾਗਰਿਕਤਾ ਦੇ ਵਿੱਚੋਂ ਕਿਹੜੀ ਨਾਗਰਿਕਤਾ ਪ੍ਰਾਪਤ ਹੈ। ਠੀਕ ਹੈ, ਕਮੈਂਟ ਕਰਕੇ ਜ਼ਰੂਰ ਦੱਸਿਓ ਮੈਨੂੰ। ਦੋਹਰੀ ਸ਼ਾਸਨ ਵਿਵਸਥਾ, ਸੰਘਾਤਮਕ ਪ੍ਰਣਾਲੀ ਦੇ ਵਿੱਚ ਜਿਹੜਾ ਹੈ ਸਰਕਾਰ ਦੀ ਦੋਹਰੀ ਸ਼ਾਸਨ ਵਿਵਸਥਾ ਪਾਈ ਜਾਂਦੀ ਹੈ। ਯੂਨੀਅਨ ਗਵਰਨਮੈਂਟ ਯਾਨੀ ਕਿ ਕੇਂਦਰੀ ਸਰਕਾਰ ਅਤੇ ਸਟੇਟ ਗਵਰਨਮੈਂਟਸ ਯਾਨੀ ਕਿ ਰਾਜਾਂ ਦੀਆਂ ਸਰਕਾਰਾਂ। ਦੋਹਰਾ ਸੰਵਿਧਾਨ, ਆਮ ਤੌਰ 'ਤੇ ਸੰਘਾਤਮਕ ਸ਼ਾਸਨ ਜਾਂ ਫਿਰ ਸੰਘਾਤਮਕ ਰਾਜ ਦੇ ਵਿੱਚ ਦੋਹਰੇ ਸੰਵਿਧਾਨਾਂ ਦੀ ਵਿਵਸਥਾ, ਡਬਲ ਕੌਂਸਟੀਟਿਊਸ਼ਨ ਦੀ ਵਿਵਸਥਾ ਕੀਤੀ ਜਾਂਦੀ ਹੈ। ਸੰਘਾਤਮਕ ਵਿਵਸਥਾ ਦੇ ਵਿੱਚ ਕੇਂਦਰ ਦਾ ਅਲੱਗ ਸੰਵਿਧਾਨ ਅਤੇ ਰਾਜਾਂ ਦਾ ਆਪਣਾ ਸੰਵਿਧਾਨ। ਹੁਣ ਦੇਖੋ ਆਪਣੇ ਭਾਰਤ 'ਚ ਤਾਂ ਇਕੱਲਾ ਹੀ ਇੱਕੋ ਹੀ ਜਿਹੜਾ ਹੈ ਸੰਵਿਧਾਨ ਹੈ, ਪਰ ਫਿਰ ਵੀ ਇਹ ਸੰਘਾਤਮਕ ਰਾਜ ਹੈਗਾ। ਇਸ ਦਾ ਮਤਲਬ ਇਹ ਨਹੀਂ ਹੈ ਕਿ ਆਪਣਾ ਭਾਰਤ ਜਿਹੜਾ ਹੈ ਸੰਘਾਤਮਕ ਰਾਜ ਨਹੀਂ ਹੈ। ਇਸ ਦੇ ਵਿੱਚ ਸੰਘਾਤਮਕ ਵਾਲੇ ਵੀ ਲੱਛਣ ਹੈ, ਇਕਾਤਮਕ ਵਾਲੇ ਵੀ ਲੱਛਣ ਹੈ। ਠੀਕ ਹੈ, ਅੱਗੇ ਅੱਗੇ ਜਦੋਂ ਪੜ੍ਹਾਂਗੇ ਤੁਹਾਨੂੰ ਜਿਹੜਾ ਟੌਪਿਕ ਹੈ ਉਹ ਬਿਲਕੁਲ ਕਲੀਅਰ ਹੁੰਦਾ ਜਾਊਗਾ। ਹੁਣ ਅੱਗੇ ਆਪਾਂ ਜਿਹੜਾ ਕੁਐਸਚਨ ਹੈ ਨੈਕਸਟ, ਉਹ ਨੈਕਸਟ ਵੀਡੀਓ 'ਚ ਕਰਾਂਗੇ, ਬਿਕੋਜ਼ ਹੁਣ ਥੋੜਾ ਹੈ ਤੁਹਾਡਾ ਬੇਸ ਬਣ ਜਾਏਗਾ। ਇਸ ਤੋਂ ਬਾਅਦ ਵਾਲਾ ਨੈਕਸਟ ਕੁਐਸਚਨ 'ਚ ਤੁਹਾਡਾ ਬਿਲਕੁਲ ਹੀ ਟੌਪਿਕ ਕਲੀਅਰ ਹੋ ਜਾਏਗਾ। ਸੋ ਥੈਂਕ ਯੂ ਸੋ ਮਚ।